Good morning, students. How are you? I hope you all are fine. ਅੱਜ ਆਪਾਂ ਸਮਾਜਿਕ ਸਿੱਖਿਆ ਦੇ ਇਤਿਹਾਸ ਭਾਗ ਦੇ ਲੈਸਨ 10 ਦੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦੇ ਬਾਰੇ ਪੜ੍ਹਾਂਗੇ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਅੰਗਰੇਜ਼ਾਂ ਨੇ ਕੀਤੀ ਸੀ। ਉਹਨਾਂ ਨੇ ਇਸ ਕੰਪਨੀ ਦੀ ਸਥਾਪਨਾ ਕਿਉਂ ਕੀਤੀ, ਕਿਵੇਂ ਕੀਤੀ, ਇਸ ਦੇ ਬਾਰੇ ਆਪਾਂ ਅੱਜ ਪੜ੍ਹਾਂਗੇ। ਦੇਖੋ, ਪ੍ਰਾਚੀਨ ਕਾਲ ਤੋਂ ਹੀ ਭਾਰਤ ਦੇ ਯੂਰਪੀ ਦੇਸ਼ਾਂ ਨਾਲ ਵਪਾਰਕ ਸੰਬੰਧ ਸਥਾਪਿਤ ਸਨ। ਭਾਰਤ ਦੇ ਪ੍ਰਾਚੀਨ ਕਾਲ ਤੋਂ ਹੀ ਯੂਰਪੀ ਦੇਸ਼ਾਂ ਜਿਵੇਂ ਕਿ ਇੰਗਲੈਂਡ ਹੋ ਗਿਆ, ਇਟਲੀ ਹੋ ਗਿਆ, ਫਰਾਂਸ ਹੋ ਗਿਆ, ਮਤਲਬ ਕਿ ਇਹਨਾਂ ਯੂਰਪੀ ਦੇਸ਼ਾਂ ਨਾਲ ਵਪਾਰ ਹੁੰਦਾ ਸੀ, ਮਤਲਬ ਕਿ ਵਸਤੂਆਂ ਦਾ ਲੈਣ ਦੇਣ ਹੁੰਦਾ ਸੀ। ਦੇਖੋ, ਭਾਰਤ ਯੂਰਪੀ ਵਪਾਰ ਦੇ 3 ਮੁੱਖ ਰਸਤੇ ਸਨ। ਮਤਲਬ ਕਿ ਭਾਰਤ ਦੇ ਯੂਰਪੀ ਵਪਾਰ ਦੇ ਮਤਲਬ ਕਿ 3 ਰਸਤੇ ਸਨ। ਮਤਲਬ 3 ਰਸਤਿਆਂ ਦਾ ਵਪਾਰ ਹੁੰਦਾ ਸੀ। ਇਹ ਰਸਤੇ 15ਵੀਂ ਸਦੀ ਵਿੱਚ ਪੱਛਮੀ ਏਸ਼ੀਆ ਅਤੇ ਦੱਖਣ ਪੂਰਬੀ ਯੂਰਪ ਦੇ ਪ੍ਰਦੇਸ਼ਾਂ ਵਿੱਚ ਤੁਰਕਾਂ ਦਾ ਸਾਮਰਾਜ ਸਥਾਪਿਤ ਹੋ ਜਾਣ ਕਰਕੇ ਬੰਦ ਹੋ ਗਏ। ਮਤਲਬ ਕਿ ਜਿਹੜੇ 15ਵੀਂ ਸਦੀ ਦੇ ਵਿੱਚ ਮਤਲਬ ਕਿ ਜਿੱਥੋਂ ਉਹਨਾਂ ਦਾ ਵਪਾਰ ਹੁੰਦਾ ਸੀ, ਤੁਰਕਾਂ ਦਾ ਰਾਜ ਹੋ ਗਿਆ। ਉਹਨਾਂ ਨੇ ਯੂਰਪੀ ਦੇਸ਼ਾਂ ਦੇ ਆਉਣ ਜਾਣ 'ਤੇ ਪਾਬੰਦੀ ਲਗਾ ਦਿੱਤੀ। ਇਸ ਕਰਕੇ ਉਹਨਾਂ ਦੇ ਭਾਰਤ ਨਾਲ ਵਪਾਰ ਦੇ ਰਸਤੇ ਬੰਦ ਹੋ ਗਏ ਅਤੇ 15ਵੀਂ ਸਦੀ ਵਿੱਚ ਜਿਹੜਾ ਯੂਰਪ ਦੇਸ਼ਾਂ ਅਤੇ ਭਾਰਤ ਨਾਲ ਵਪਾਰ ਹੁੰਦਾ ਸੀ ਉਹ ਬੰਦ ਹੋ ਗਿਆ। ਇਸ ਕਰਕੇ ਯੂਰਪੀ ਦੇਸ਼ਾਂ ਨੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ। ਭਾਵ ਕਿ ਉਹਨਾਂ ਨੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤਿਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਅੱਗੇ ਦੇਖੋ, ਸਿੱਟੇ ਵਜੋਂ ਪੁਰਤਗਾਲੀ ਕਪਤਾਨ ਵਾਸਕੋ ਡ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਇਸ ਤਰ੍ਹਾਂ ਦੇਖੋ, ਸਭ ਤੋਂ ਪਹਿਲਾਂ ਪੁਰਤਗਾਲ ਦੇ ਕਪਤਾਨ ਵਾਸਕੋ ਡ ਗਾਮਾ ਨੇ 1498 ਵਿੱਚ ਭਾਰਤ ਨਾਲ ਵਪਾਰ ਕਰਨ ਲਈ ਰਸਤਾ ਲੱਭਿਆ ਅਤੇ ਉਹ 27 ਮਈ 1498 ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਦੇਖੋ, ਇਸ ਤੋਂ ਉਤਸ਼ਾਹਿਤ ਹੋ ਕੇ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖੋ, ਜਦੋਂ ਪੁਰਤਗਾਲੀਆਂ ਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਜਾਣ ਵਾਲਾ ਰਸਤਾ ਕਿਹੜਾ ਹੈ, ਮਤਲਬ ਕਿ ਇਸ ਗੱਲ ਤੋਂ ਉਤਸ਼ਾਹਿਤ ਹੋ ਕੇ ਉਹਨਾਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਸਮੁੰਦਰੀ ਰਸਤਾ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਦੇਖੋ, ਪੁਰਤਗਾਲੀਆਂ ਤੋਂ ਬਾਅਦ ਡੱਚ, ਅੰਗਰੇਜ਼ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣੇ ਵਪਾਰਕ ਸੰਬੰਧ ਸਥਾਪਿਤ ਕਰ ਲਏ। ਕਹਿਣ ਦਾ ਭਾਵ ਕਿ ਪੁਰਤਗਾਲੀਆਂ ਤੋਂ ਪ੍ਰੇਰਿਤ ਹੋ ਕੇ ਡੱਚਾਂ, ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣੇ ਵਪਾਰਕ ਸੰਬੰਧ ਸਥਾਪਿਤ ਕਰ ਲਏ, ਮਤਲਬ ਕਿ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖੋ, ਉਹਨਾਂ ਦੁਆਰਾ ਭਾਰਤ ਨਾਲ ਵਪਾਰ ਕਰਨ ਕਾਰਨ ਉਹਨਾਂ ਵਿੱਚ ਆਪਸੀ ਯੁੱਧ ਸ਼ੁਰੂ ਹੋ ਗਏ। ਇਹਨਾਂ ਯੁੱਧਾਂ ਦਾ ਕਾਰਨ ਸੀ ਕਿ ਇਹ ਸਾਰੀਆਂ ਜਿਹੜੀਆਂ ਕੰਪਨੀਆਂ ਸੀ, ਮਤਲਬ ਕਿ ਸਾਰੇ ਦੇਸ਼ ਜਿਹੜੇ ਭਾਰਤ ਵਪਾਰ ਕਰਨ ਆਏ ਸੀ, ਇਹ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੁੰਦੇ ਸੀ ਅਤੇ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨਾ ਚਾਹੁੰਦੇ ਸੀ। ਇਸ ਕਾਰਨ ਇਹਨਾਂ ਵਿੱਚ ਆਪਸੀ ਯੁੱਧ ਸ਼ੁਰੂ ਹੋ ਗਏ। ਅੱਗੇ ਦੇਖੋ, ਹੌਲੀ ਹੌਲੀ ਉਹਨਾਂ ਨੇ ਭਾਰਤ ਵਿੱਚ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ। ਮਤਲਬ ਕਿ ਹੌਲੀ ਹੌਲੀ ਇਹਨਾਂ ਨੇ ਭਾਰਤ ਵਿੱਚ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ। ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਦੇਖੋ, ਗੋਆ, ਦਮਨ, ਸਾਲਸੈਟ, ਬਾਸੀਨ, ਮੁੰਬਈ, ਸੈਂਟ ਟੋਮ ਅਤੇ ਹੁਗਲੀ ਸਨ। ਮਤਲਬ ਕਿ ਜਿਹੜੇ ਪੁਰਤਗਾਲੀਆਂ ਦੀਆਂ ਬਸਤੀਆਂ ਸਨ, ਦੇਖੋ ਕਿਹੜੀਆਂ ਸੀ, ਗੋਆ ਸੀ, ਦਮਨ ਸੀ, ਸਾਲਸੈਟ, ਬਾਸੀਨ, ਮੁੰਬਈ, ਸੈਂਟ ਟੋਮ ਅਤੇ ਹੁਗਲੀ, ਮਤਲਬ ਕਿ ਇਹ ਸਾਰੀਆਂ ਬਸਤੀਆਂ ਪੁਰਤਗਾਲੀਆਂ ਦੀਆਂ ਸਨ। ਦੇਖੋ, ਜਦ ਕਿ ਡੱਚਾਂ ਦੀਆਂ ਬਸਤੀਆਂ ਕੋਚੀਨ, ਸੂਰਤ, ਨਾਗਪਟਮ, ਪੁਲੀਕਟ ਅਤੇ ਚਿਨਸੁਰਾ, ਮਤਲਬ ਜਿਹੜੇ ਡੱਚ ਸੀ ਉਹਨਾਂ ਦੀਆਂ ਬਸਤੀਆਂ ਦੇਖੋ ਕਿਹੜੀਆਂ ਸੀ, ਕੋਚੀਨ ਸੀ, ਸੂਰਤ ਸੀ, ਨਾਗਪਟਮ, ਪੁਲੀਕਟ ਅਤੇ ਚਿਨਸੁਰਾ। ਦੇਖੋ, ਅੰਗਰੇਜ਼ਾਂ ਦੀਆਂ ਬਸਤੀਆਂ ਸੂਰਤ, ਅਹਿਮਦਾਬਾਦ, ਭੜੋਚ, ਆਗਰਾ, ਬੰਬਈ ਅਤੇ ਕਲਕੱਤਾ ਸਨ। ਮਤਲਬ ਇਹ ਸਾਰੀਆਂ ਜਿਹੜੀਆਂ ਬਸਤੀਆਂ ਸੀ ਇਹ ਅੰਗਰੇਜ਼ਾਂ ਦੀਆਂ ਸਨ। ਦੇਖੋ, ਉਸ ਤੋਂ ਬਾਅਦ ਫਰਾਂਸੀਸੀਆਂ ਦੀਆਂ ਬਸਤੀਆਂ ਪਾਂਡੀਚਰੀ, ਚੰਦਰ ਨਗਰ ਅਤੇ ਕਾਰੀਕਲ
ਆਦਿ ਬਸਤੀਆਂ ਮਤਲਬ ਕਿ ਇਹਨਾਂ ਦੇਸ਼ਾਂ ਨੇ ਸਥਾਪਿਤ ਕਰ ਲਈਆਂ ਸੀ। ਦੇਖੋ ਇਹਨਾਂ ਉੱਪਰ ਅਧਿਕਾਰ ਕਰਨ ਲਈ ਇਹਨਾਂ ਚਾਰਾਂ ਯੂਰਪੀ ਸ਼ਕਤੀਆਂ ਵਿੱਚ ਆਪਸੀ ਸੰਘਰਸ਼ ਸ਼ੁਰੂ ਹੋ ਗਿਆ। ਮਤਲਬ ਕਿ ਇਹ ਜਿਹੜੀਆਂ ਬਸਤੀਆਂ ਸੀ ਇਹਨਾਂ ਉੱਪਰ ਮਤਲਬ ਕਿ ਜਿੰਨੇ ਵੀ ਯੂਰਪੀ ਦੇਸ਼ ਆਏ ਸੀ, ਭਾਰਤ 'ਚ ਅੰਗਰੇਜ਼ ਆਏ ਸੀ, ਡੱਚ ਆਏ ਸੀ, ਪੁਰਤਗਾਲੀ, ਮਤਲਬ ਕਿ ਇਹ ਚਾਹੁੰਦੇ ਸੀ ਵੱਧ ਤੋਂ ਵੱਧ ਬਸਤੀਆਂ 'ਤੇ ਅਧਿਕਾਰ ਕਰ ਲਈਏ। ਇਸ ਕਰਕੇ ਇਹਨਾਂ ਵਿੱਚ ਆਪਸੀ ਸੰਘਰਸ਼ ਸ਼ੁਰੂ ਹੋ ਗਿਆ। ਅੱਗੇ ਦੇਖੋ 17ਵੀਂ ਸਦੀ ਤੱਕ ਆਉਂਦੇ ਪੁਰਤਗਾਲੀਆਂ ਅਤੇ ਡੱਚਾਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ। ਮਤਲਬ ਜਿਹੜੇ ਪੁਰਤਗਾਲੀ ਸੀ ਅਤੇ ਡੱਚ ਸੀ ਉਹਨਾਂ ਦਾ ਪ੍ਰਭਾਵ ਕਾਫੀ ਘੱਟ ਗਿਆ ਸੀ। ਮਤਲਬ ਸ਼ਕਤੀ ਉਹਨਾਂ ਦੀ ਕਾਫੀ ਘੱਟ ਗਈ ਸੀ। ਦੇਖੋ ਇਸ ਕਰਕੇ ਅੰਗਰੇਜ਼ ਅਤੇ ਫਰਾਂਸੀਸੀ ਸ਼ਕਤੀਆਂ ਵਿਚਕਾਰ ਭਾਰਤ ਵਿੱਚ ਯੂਰਪੀ ਵਪਾਰ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ। ਮਤਲਬ ਜਿਹੜੇ ਅੰਗਰੇਜ਼ ਅਤੇ ਫਰਾਂਸੀਸੀ ਹੀ ਦੋ ਸ਼ਕਤੀਆਂ ਰਹਿ ਗਈਆਂ ਸੀ। ਮਤਲਬ ਕਿ ਇਹਨਾਂ ਦੇ ਵਿੱਚ ਵੀ ਭਾਰਤੀ ਵਪਾਰ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ ਸੀ। ਮਤਲਬ ਕਿ ਇਹਨਾਂ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ ਸੀ। ਦੇਖੋ ਅੰਤ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਮਤਲਬ ਕਿ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੇ ਯੁੱਧ ਹੋਏ ਇਹਨਾਂ ਦੇ ਵਿੱਚ ਅੰਤ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਮਤਲਬ ਕਿ ਅੰਗਰੇਜ਼ਾਂ ਦਾ ਭਾਰਤੀ ਵਪਾਰ 'ਤੇ ਅਧਿਕਾਰ ਹੋ ਗਿਆ ਅਤੇ ਫਰਾਂਸੀਸੀਆਂ ਦੀ ਸ਼ਕਤੀ ਭਾਰਤ ਵਿੱਚ ਖਤਮ ਹੋ ਗਈ। ਉਸ ਤੋਂ ਬਾਅਦ ਦੇਖੋ ਆਪਾਂ ਪੜ੍ਹਾਂਗੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਬਾਰੇ। ਦੇਖੋ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ, ਮਤਲਬ ਕਿ ਇੰਗਲੈਂਡ ਦੇ ਵਪਾਰੀਆਂ ਦਾ ਇੱਕ ਗਰੁੱਪ ਸੀ ਮਰਚੈਂਟ ਐਡਵੈਂਚਰਸ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਮਤਲਬ ਕਿ ਇਸ ਗਰੁੱਪ ਨੇ 1600 ਈਸਵੀ ਵਿੱਚ ਭਾਰਤ ਨਾਲ ਵਪਾਰ ਕਰਨ ਦੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਮਹਾਰਾਣੀ ਐਲਿਜ਼ਾਬੇਥ ਪਹਿਲੀ ਨੇ, ਜਿਹੜੀ ਇੰਗਲੈਂਡ ਦੀ ਮਹਾਰਾਣੀ ਸੀ ਐਲਿਜ਼ਾਬੇਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ 15 ਸਾਲ ਲਈ ਏਕਾਧਿਕਾਰ ਦੇ ਦਿੱਤਾ। ਮਤਲਬ ਕਿ ਉਸਨੇ ਭਾਰਤ ਨਾਲ ਮਤਲਬ ਕਿ ਇਸ ਕੰਪਨੀ ਨੂੰ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ। ਅੱਗੇ ਦੇਖੋ 1615 ਈਸਵੀ ਵਿੱਚ ਕੰਪਨੀ ਦਾ ਪ੍ਰਤੀਨਿਧੀ ਸਰ ਥਾਮਸ ਰੋ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ। ਮਤਲਬ ਇਹ ਦੇਖੋ 1615 ਈਸਵੀ ਵਿੱਚ ਇਸ ਕੰਪਨੀ ਦਾ ਪ੍ਰਤੀਨਿਧੀ ਸਰ ਥਾਮਸ ਰੋ ਭਾਰਤ ਆਇਆ। ਉਸਨੇ ਭਾਰਤ ਦੇ ਸਮਰਾਟ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਲੈਣ ਵਿੱਚ ਸਫਲਤਾ ਪ੍ਰਾਪਤ ਕਰ ਲਈ। ਮਤਲਬ ਕਿ ਉਸਨੂੰ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਅੰਗਰੇਜ਼ਾਂ ਨੇ ਆਪਣੀਆਂ ਵਪਾਰਿਕ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ ਅਤੇ ਆਗਰੇ ਵਿਖੇ ਸਥਾਪਿਤ ਕੀਤੀਆਂ। ਮਤਲਬ ਕਿ ਅੰਗਰੇਜ਼ਾਂ ਦੀਆਂ ਜਿਹੜੀਆਂ ਬਸਤੀਆਂ ਮੇਨ ਸੀ ਸੂਰਤ, ਅਹਿਮਦਾਬਾਦ, ਬੜੌਚ ਅਤੇ ਆਗਰੇ ਵਿੱਚ ਸੀ। ਦੇਖੋ 1640 ਵਿੱਚ ਅੰਗਰੇਜ਼ਾਂ ਨੇ ਮਦਰਾਸ, ਜਿਹਨੂੰ ਅੱਜ ਕੱਲ੍ਹ ਆਪਾਂ ਚੇਨਈ ਵੀ ਕਹਿੰਦੇ ਹਾਂ, ਵਿਖੇ ਇੱਕ ਬਸਤੀ ਸਥਾਪਿਤ ਕੀਤੀ। ਦੇਖੋ 1690 ਈਸਵੀ ਵਿੱਚ ਅੰਗਰੇਜ਼ਾਂ ਨੇ ਕਲਕੱਤੇ ਵਿਖੇ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦੀ ਉਸਾਰੀ ਕੀਤੀ। ਮਤਲਬ ਕਿ ਇਹਨਾਂ ਨੇ ਕਲਕੱਤੇ ਵਿਖੇ ਵੀ ਇੱਕ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਇੱਕ ਕਿਲ੍ਹੇ ਦਾ ਨਿਰਮਾਣ ਕੀਤਾ ਜਿਸ ਦਾ ਨਾਂ ਸੀ ਫੋਰਟ ਵਿਲੀਅਮ। ਦੇਖੋ 1717 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ ਮੁਗਲ ਸਮਰਾਟ ਫਰੂਕਸੀਅਰ ਤੋਂ ਬੰਗਾਲ, ਬਿਹਾਰ, ਉੜੀਸਾ ਵਿੱਚ 3000 ਰੁਪਏ ਸਾਲਾਨਾ ਕਰ ਦੇ ਬਦਲੇ ਬਿਨਾਂ ਚੁੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਇਹ ਅਧਿਕਾਰ ਮਿਲਣ 'ਤੇ ਅੰਗਰੇਜ਼ਾਂ ਨੂੰ ਵਪਾਰਿਕ ਤੌਰ 'ਤੇ ਕਾਫੀ ਲਾਭ ਪਹੁੰਚਿਆ ਅਤੇ ਉਹ ਬਿਨਾਂ ਚੁੰਗੀ ਕਰ ਦਿੱਤੇ ਕੋਈ ਵੀ ਵਪਾਰ ਕਰ ਸਕਦੇ ਸੀ। ਉਹਨਾਂ ਨੂੰ ਸਿਰਫ ਸਾਲ ਦਾ 3000 ਰੁਪਇਆ ਹੀ ਦੇਣਾ ਪੈਂਦਾ ਸੀ। ਇਸ ਅਧਿਕਾਰ ਦੇ ਮਿਲਣ ਨਾਲ ਅੰਗਰੇਜ਼ਾਂ ਦੀ ਜਿਹੜੀ ਵਪਾਰਿਕ ਸ਼ਕਤੀ ਸੀ ਉਹ ਕਾਫੀ ਵੱਧ ਗਈ ਸੀ ਅਤੇ ਉਹ ਬਿਨਾਂ ਰੋਕ ਟੋਕ ਦੇ ਵਪਾਰ ਕਰ ਸਕਦੇ ਸੀ। ਅੱਗੇ ਦੇਖੋ ਅੰਗਰੇਜ਼ ਭਾਰਤ ਵਿੱਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ। ਮਤਲਬ ਕਿ ਅੰਗਰੇਜ਼ ਜਿਹੜੇ ਬਾਹਰ ਵਪਾਰ ਕਰਦੇ ਸੀ ਉਹ ਬਾਹਰੋਂ ਸਾਨੂੰ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸੀ ਅਤੇ ਭਾਰਤ ਤੋਂ ਸੂਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫੀਮ ਮੰਗਵਾਉਂਦੇ ਸਨ। ਇਹਨਾਂ ਚੀਜ਼ਾਂ ਦਾ ਵਪਾਰ ਭਾਰਤ ਅਤੇ ਅੰਗਰੇਜ਼ਾਂ ਵਿਚਕਾਰ ਹੁੰਦਾ ਸੀ। ਅੱਗੇ ਦੇਖੋ ਹੌਲੀ ਹੌਲੀ ਅੰਗਰੇਜ਼ਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਭਾਰਤ ਵਿੱਚ ਇੱਕ ਸਰਵ ਉੱਚ ਸ਼ਕਤੀ ਬਣ ਗਏ। ਦੇਖੋ ਇਹ ਜਿਹੜੇ ਅੰਗਰੇਜ਼ ਸੀ ਉਹ ਭਾਰਤ ਵਿੱਚ ਇੱਕ ਵਪਾਰੀ ਬਣ ਕੇ ਆਏ ਸੀ। ਹੌਲੀ ਹੌਲੀ ਉਹਨਾਂ ਨੇ ਭਾਰਤੀ ਸਮਰਾਟਾਂ ਕੋਲੋਂ ਵਪਾਰਿਕ ਸਹੂਲਤਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ ਹੌਲੀ ਉਹਨਾਂ ਦੀ ਜਿਹੜੀ ਆਰਥਿਕ ਸ਼ਕਤੀ ਕਾਫੀ ਵੱਧ ਗਈ ਅਤੇ ਹੌਲੀ ਹੌਲੀ ਸ਼ਕਤੀ ਵਧਣ ਨਾਲ ਉਹਨਾਂ ਨੇ ਭਾਰਤ ਦੇ ਵਿੱਚ
ਆਪਣੀ ਰਾਜਨੀਤਿਕ ਸ਼ਕਤੀ ਨੂੰ ਵਧਾਉਣ ਬਾਰੇ ਸੋਚਿਆ ਅਤੇ ਹੌਲੀ ਹੌਲੀ ਉਹਨਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ। ਮਤਲਬ ਕਿ ਉਹ ਚਾਹੁੰਦੇ ਸੀ ਕਿ ਵਪਾਰ ਕਰਨ ਦੇ ਨਾਲ ਨਾਲ ਉਹ ਭਾਰਤ ਦੇ ਉੱਤੇ ਵੀ ਕਬਜ਼ਾ ਕਰਨ। ਹੌਲੀ ਹੌਲੀ ਉਹਨਾਂ ਨੇ ਭਾਰਤ ਦੇ ਕਈ ਰਾਜਾਂ ਉੱਤੇ ਕਬਜ਼ਾ ਕਰ ਲਿਆ ਅਤੇ ਇੱਕ ਦਿਨ ਉਹ ਭਾਰਤ ਵਿੱਚ ਇੱਕ ਸਰਵਉੱਚ ਸ਼ਕਤੀ ਬਣ ਗਏ। ਮਤਲਬ ਕਿ ਉਹਨਾਂ ਨੇ ਪੂਰੇ ਭਾਰਤ 'ਤੇ ਅਧਿਕਾਰ ਕਰ ਲਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਅੰਗਰੇਜ਼ ਸੀ ਭਾਰਤ ਵਿੱਚ ਵਪਾਰ ਕਰਨ ਆਏ ਸੀ। ਉਹਨਾਂ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ ਵਪਾਰ ਕਰਨ ਲਈ, ਪਰ ਹੌਲੀ ਹੌਲੀ ਉਹਨਾਂ ਦੀ ਜਿਹੜੀ ਸ਼ਕਤੀ ਵੱਧਦੀ ਗਈ ਅਤੇ ਉਹਨਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਭਾਰਤ ਦੀ ਸਰਵਉੱਚ ਸ਼ਕਤੀ ਬਣ ਗਏ। ਇਸ ਤੋਂ ਬਾਅਦ ਅਸੀਂ ਇਸ ਲੈਸਨ ਦੇ ਵੈਰੀ ਸ਼ੋਰਟ ਕੁਐਸਚਨ ਆਨਸਰ ਅਤੇ ਸ਼ੋਰਟ ਕੁਐਸਚਨ ਆਨਸਰ ਰੀਡ ਕਰਾਂਗੇ।